गुड मॉर्निंग स्टूडेंट्स। अज की इस वीडियो में आपां पंजाब स्कूल एजुकेशन बोर्ड की 6th क्लास की बुक विचों हिस्टरी का टॉपिक है जिहड़ा वो पढ़न जा रहे हैं। स्टडी ऑफ एंशिएंट हिस्टरी सोर्सेस, प्राचीन इतिहास का अध्ययन स्रोत। इन द प्रीवियस यूनिट वी हैव स्टडीड वेरियस आस्पेक्ट्स ऑफ जियोग्राफिकल फीचर ऑफ द अर्थ एंड वी कम टू नो अबाउट प्लैनेट एंड वाई देयर नॉलेज इज़ इंपॉर्टेंट फॉर अस। लास्ट पार्ट ਦੇ ਵਿੱਚ ਆਪਾਂ ਪ੍ਰਿਥਵੀ ਬਾਰੇ ਪੜ੍ਹਿਆ, ਗ੍ਰਹਿਆਂ ਬਾਰੇ ਪੜ੍ਹਿਆ, ਉਹਨਾਂ ਦੇ ਅਲੱਗ-ਅਲੱਗ ਭੂਗੋਲਿਕ ਪੱਖਾਂ ਬਾਰੇ ਪੜ੍ਹਿਆ ਤੇ ਨਾਲ-ਨਾਲ ਅਸੀਂ ਇਹ ਵੀ ਜਾਣਕਾਰੀ ਪ੍ਰਾਪਤ ਕੀਤੀ ਕਿ ਇਹ ਜਿਹੜਾ ਇਹਨਾਂ ਬਾਰੇ ਪੜ੍ਹਨਾ ਸਾਡੇ ਲਈ ਕਿਉਂ ਜ਼ਰੂਰੀ ਸੀਗਾ। ਇਨ ਦਿਸ ਯੂਨਿਟ ਵੀ ਸ਼ੈਲ ਸਟੱਡੀ ਅਬਾਊਟ ਦਾ ਹਿਸਟਰੀ ਆਫ ਐਂਸ਼ੀਐਂਟ ਟਾਈਮਸ। ਇਸ ਲੈਸਨ ਵਿੱਚ ਆਪਾਂ ਪੁਰਾਣੇ ਸਮੇਂ ਦੇ ਇਤਿਹਾਸ ਬਾਰੇ ਪੜ੍ਹਾਂਗੇ। ਠੀਕ ਹੈ। ਹਿਸਟਰੀ ਇਜ਼ ਦਾ ਸਟੱਡੀ ਆਫ ਪਾਸਟ। ਇਹ ਇੱਕ ਇੰਪੋਰਟੈਂਟ ਫੈਕਟ ਆ ਕਿ ਇਤਿਹਾਸ ਕੀ ਆ, ਲੰਘ ਚੁੱਕੇ ਬੀਤ ਚੁੱਕੇ ਸਮੇਂ ਦਾ ਅਧਿਐਨ ਆ। ਇੱਕ ਤਰ੍ਹਾਂ ਆਪਾਂ ਕਹਿ ਦਈਏ ਕਿ ਜੋ ਸਮਾਂ ਬੀਤ ਗਿਆ ਉਹਦੇ ਬਾਰੇ ਜਿਹੜਾ ਹੈਗਾ ਵਾ ਸਟੱਡੀ ਕਰਨਾ, ਉਹਨੂੰ ਕੀ ਕਹਿੰਦੇ ਆ? ਹਿਸਟਰੀ ਇਜ਼ ਦਾ ਸਟੱਡੀ ਆਫ ਪਾਸਟ। ਠੀਕ ਹੈ। ਨੈਕਸਟ ਹੈ ਇਟ ਟੈਲਸ ਅਸ ਹਾਊ ਮੈਨ ਲਿਵਡ ਫਰੋਮ ਦਾ ਬਿਗਨਿੰਗ ਐਂਡ ਹਾਊ ਅਵਰ ਸਿਵਲਾਈਜੇਸ਼ਨ ਡਿਵੈਲਪਡ ਵਿਦ ਦਾ ਪਾਸਿਸ ਆਫ ਟਾਈਮ। ਇਹ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਕਿ ਸ਼ੁਰੂ ਵਿੱਚ ਮਨੁੱਖ ਕਿਵੇਂ ਰਹਿੰਦਾ ਸੀ ਅਤੇ ਕਿਵੇਂ ਕਿਵੇਂ ਸਮਾਂ ਬੀਤਣ ਦੇ ਨਾਲ ਸਾਡੀਆਂ ਜਿਹੜੀਆਂ ਸੱਭਿਅਤਾਵਾਂ ਨੇ ਉਹਨਾਂ ਨੇ ਵਿਕਾਸ ਕੀਤਾ। ਫਿਰ ਹੈਗਾ ਪ੍ਰੀ ਹਿਸਟਰੀ ਐਂਡ ਹਿਸਟਰੀ। ਦ ਲੌਂਗ ਪੀਰੀਅਡ ਆਫ ਮੈਨਸ ਲਾਈਫ ਇਜ਼ ਡਿਵਾਈਡਡ ਇਨਟੂ 2 ਪਾਰਟਸ। ਮਨੁੱਖ ਦੇ ਜੀਵਨ ਦਾ ਜਿਹੜਾ ਲੰਬਾ ਕਾਲ ਆ ਉਹਨੂੰ ਕਿੰਨੇ ਪਾਰਟਸ ਵਿੱਚ ਡਿਵਾਈਡ ਕੀਤਾ ਗਿਆ ਵਾ? 2 ਪਾਰਟਸ ਵਿੱਚ ਡਿਵਾਈਡ ਕੀਤਾ ਗਿਆ ਵਾ। 2 ਪਾਰਟਸ ਕਿਹੜੇ ਕਿਹੜੇ ਨੇ? ਦੇਖੋ 2 ਪਾਰਟਸ ਨੇ, 2 ਪੀਰੀਅਡਸ, ਪ੍ਰੀ ਹਿਸਟਰੀ ਐਂਡ ਹਿਸਟਰੀ। ਪੂਰਵ ਇਤਿਹਾਸ ਕਾਲ ਅਤੇ ਇਤਿਹਾਸ। ਹੁਣ ਆਪਾਂ ਇਹਨਾਂ ਨੂੰ ਡਿਟੇਲ 'ਚ ਪੜ੍ਹਾਂਗੇ ਕਿ ਪ੍ਰੀ ਹਿਸਟਰੀ, ਵਟ ਇਜ਼ ਪ੍ਰੀ ਹਿਸਟਰੀ? ਪ੍ਰੀ ਹਿਸਟਰੀ ਕੀ ਹੁੰਦਾ ਵਾ? ਪੂਰਵ ਇਤਿਹਾਸ ਕਾਲ ਕੀ ਆ? ਦ ਪੀਰੀਅਡ ਫॉर ਵਿਚ ਵੀ ਹੈਵ ਨੋਟ ਰਿਟਨ ਰਿਕਾਰਡ ਇਜ਼ ਕਾਲਡ ਪ੍ਰੀ ਹਿਸਟਰੀ। ਦੇਖੋ ਮਨੁੱਖ ਦੇ ਜੀਵਨ ਦਾ ਜਿਹੜਾ ਸਮਾਂ ਵੀ ਹੈਵ ਨੋਟ ਰਿਟਨ ਰਿਕਾਰਡ, ਕਿ ਜਿਹਦਾ ਸਾਡੇ ਕੋਲ ਕੋਈ ਲਿਖਤੀ ਵੇਰਵਾ ਨਹੀਂ ਹੈਗਾ, ਉਹਨੂੰ ਕੀ ਕਹਿੰਦੇ ਆ? ਪ੍ਰੀ ਹਿਸਟਰੀ। ਨੈਕਸਟ ਹੈਗਾ ਹਿਸਟਰੀ। that period of time for which we have written record is known as history. we have written record, ਜਿਹੜੇ ਪੀਰੀਅਡ ਦਾ ਸਾਡੇ ਕੋਲ ਕੀ ਆ? written record ਆ, ਲਿਖਤੀ ਵੇਰਵਾ ਹੈਗਾ ਵਾ, ਉਹਨੂੰ ਕੀ ਕਹਿੰਦੇ ਆ? ਹਿਸਟਰੀ ਕਹਿੰਦੇ ਆ। ਠੀਕ ਹੈ। ਨੈਕਸਟ ਹੈਗਾ the written records provide details such as dates, time, names of people and place extra। ਦੇਖੋ ਹੁਣ ਜਿਹੜੇ ਇਹ ਇਤਿਹਾਸ ਆ ਰਿਟਨ ਹੈ ਨਾ, ਹਿਸਟਰੀ ਆ, ਉਹਦੇ ਵਿੱਚੋਂ ਕਾਹਦੀ ਜਾਣਕਾਰੀ ਮਿਲਦੀ ਆ? ਉਸ ਸਮੇਂ ਦੀਆਂ ਡੇਟਸ ਬਾਰੇ ਜਾਣਕਾਰੀ ਮਿਲਦੀ ਆ। ਨੇਮਸ ਆਫ ਪੀਪਲ, ਉਸ ਸਮੇਂ ਦੇ ਲੋਕਾਂ ਦੇ ਨਾਮ ਦੀ ਜਾਣਕਾਰੀ ਮਿਲਦੀ ਆ। ਫਿਰ ਪਲੇਸ, ਜਿਹੜੇ ਪਲੇਸ 'ਤੇ ਉਹ ਘਟਨਾ ਵਾਪਰੀ ਆ ਉਹਦੀ ਜਾਣਕਾਰੀ ਮਿਲਦੀ ਆ ਆਪਾਂ ਨੂੰ। ਠੀਕ ਹੈ। ਅੱਗੇ ਕੰਟੀਨਿਊ ਕਰਦੇ ਹਾਂ। ਬਟ ਯੂ ਮੇ ਲਾਈਕ ਟੂ ਨੋ ਵਾਈ ਸ਼ੁੱਡ ਵੀ ਸਟੱਡੀ ਸਮਥਿੰਗ ਦੈਟ ਡਜ਼ ਨਾਟ ਐਗਜ਼ੈਕਟ ਐਨੀ ਮੋਰ। ਪਰ ਤੁਸੀਂ ਸਾਰੇ ਸੋਚਦੇ ਹੋਵੋਗੇ ਕਿ ਆਪਾਂ ਇਹਦੇ ਬਾਰੇ ਹੈ ਨਾ ਕਿਉਂ ਪੜ੍ਹ ਰਹੇ ਹਾਂ ਜਿਹੜਾ ਅੱਗੇ ਕਦੇ ਵਾਪਰਨ ਵਾਲਾ ਹੀ ਨਹੀਂ। ਯੂ ਮੇ ਈਵਨ ਥਿੰਕ ਦੈਟ ਇਟ ਇਜ਼ ਇਰੈਲੀਵੈਂਟ ਐਂਡ ਯੂਜ਼ਲੈਸ। ਤੁਹਾਨੂੰ ਸਾਰਿਆਂ ਨੂੰ ਲੱਗਦਾ ਹੋਊਗਾ ਕਿ ਸਾਰੀਆਂ ਚੀਜ਼ਾਂ ਕੀ ਆ? ਫਜ਼ੂਲ ਆ, ਵਿਅਰਥ ਆ। ਬਟ ਇਟ ਇਜ਼ ਨਾਟ ਸੋ, ਪਰ ਅਜਿਹਾ ਨਹੀਂ ਹੈਗਾ। ਇਟ ਇਜ਼ ਵੈਲ ਸੈਡ ਦੈਟ, ਇਹ ਸਾਨੂੰ ਦੱਸਦਾ ਕਿ ਹਿਸਟਰੀ ਇਜ਼ ਦਾ ਸਟੱਡੀ ਆਫ ਪਾਸਟ ਫੋਰ ਆ ਬੈਟਰ ਫਿਊਚਰ, ਕਿ ਜਿਹੜਾ ਇਤਿਹਾਸ ਆ ਉਹ ਆਪਣੇ ਫਿਊਚਰ ਨੂੰ ਵਧੀਆ ਬਣਾਉਣ ਦਾ, ਭਵਿੱਖ ਨੂੰ ਵਧੀਆ ਬਣਾਉਣ ਲਈ ਇੱਕ ਕੀ ਆ? ਅਧਿਐਨ ਆ। If we want to build a strong and ideal society in the times to come and if we want to achieve further development we must learn how we have reached the present state। ਦੇਖੋ ਜੇ ਅਸੀਂ ਸਾਰੇ ਚਾਹੁੰਦੇ ਹਾਂ ਹੈ ਨਾ ਵੀ ਅਸੀਂ ਭਵਿੱਖ ਵਿੱਚ ਇੱਕ ਮਜ਼ਬੂਤ ਅਤੇ ਆਦਰਸ਼ ਜਿਹੜਾ ਸਮਾਜ ਆ ਉਹਦੀ ਸਥਾਪਨਾ ਕਰੀਏ, ਹੈ ਨਾ ਅੱਗੇ ਵਧਣਾ ਚਾਹੁੰਦੇ ਹਾਂ, ਤਾਂ ਸਾਨੂੰ ਕੀ ਆ? ਪਤਾ ਲਗਾਉਣਾ ਜ਼ਰੂਰੀ ਆ ਕਿ ਅਸੀਂ ਜਿਹੜਾ ਅੱਜ ਦਾ ਪ੍ਰੈਜੈਂਟ ਟਾਈਮ ਆ, ਅੱਜ ਦੀ ਜਿਹੜੀ ਸਥਿਤੀ ਆ ਉਹਦੇ ਵਿੱਚ ਕਿਵੇਂ ਪਹੁੰਚੇ ਆ, ਇਹ ਜਾਣਨਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਇਸ ਲਈ ਜਿਹੜਾ ਹੈਗਾ ਹਿਸਟਰੀ ਦਾ ਅਧਿਐਨ ਕਰਦੇ ਹਾਂ। ਇਫ ਵੀ ਵਾਂਟ ਟੂ ਬੁਲੇਟ ਆ, ਸੌਰੀ ਇਹ ਤਾਂ ਪੜ੍ਹ ਲਿਆ ਸੀ। ਨੈਕਸਟ ਹੈਗਾ ਇਨ ਦਾ ਬਿਗਨਿੰਗ ਦਾ ਮੈਨ ਲਿਵਡ ਇਨ ਕੇਵਸ ਲਾਈਕ ਐਨੀਮਲਸ। ਸ਼ੁਰੂ ਵਿੱਚ ਮਨੁੱਖ ਆ ਜਿਹੜਾ ਕਿਵੇਂ ਰਹਿੰਦਾ ਸੀ? ਜਾਨਵਰਾਂ ਵਾਂਗ ਰਹਿੰਦਾ ਸੀ। ਦੇਖੋ ਸ਼ੁਰੂ ਵਿੱਚ ਮੈਨ ਲਿਵਡ ਇਨ ਕੇਵਸ ਲਾਈਕ ਐਨੀਮਲਸ ਐਂਡ ਏਟ ਵਟ ਐਵਰ ਗਰੋ ਔਨ ਟਰੀਜ਼। 'ਤੇ ਕੀ ਖਾਂਦਾ ਸੀ? ਕਿ ਜਿਹੜਾ ਨੈਚੁਰਲ ਵੇ ਹੈ ਨਾ, ਕੁਦਰਤੀ ਤੌਰ 'ਤੇ ਰੁੱਖਾਂ ਦੇ ਉੱਤੇ ਜਿਹੜਾ ਕੁਛ ਵੀ ਉੱਗਦਾ ਸੀਗਾ ਉਹੀ ਖਾਂਦਾ ਸੀ। ਐਂਡ ਰਾ ਮੀਟ ਕਿਲਿੰਗ ਐਨੀਮਲਸ, 'ਤੇ ਜਾਨਵਰਾਂ ਨੂੰ ਮਾਰ ਕੇ ਜਿਹੜਾ ਸੀਗਾ ਕੱਚਾ ਮਾਸ ਖਾਂਦਾ ਸੀ। ਗ੍ਰੈਜੂਅਲੀ ਹੀ ਲਰਨਡ ਟੂ ਬੁਲਟ ਹਾਊਸਸ, ਗਰੋ ਫੂਡ ਥਰੂ ਐਗਰੀਕਲਚਰ, ਲਿਟ ਫਾਇਰ ਐਂਡ ਕੁੱਕ ਫੂਡ। ਹੌਲੀ ਹੌਲੀ ਫਿਰ ਕੀ ਸੀ? ਉਹਨੇ ਬੁਲਡ ਹਾਊਸ ਨਾ ਆਪਣੇ ਘਰ ਬਣਾਉਣੇ ਸਿੱਖ ਲਏ, ਫੂਡ ਉਗਾਉਣਾ ਜਿਹੜਾ ਸੀਗਾ ਖੇਤੀਬਾੜੀ ਕਰਨਾ ਸਿੱਖ ਲਿਆ, ਲਿਟ ਫਾਇਰ ਉਹਨੇ ਅੱਗ ਜਲਾਉਣੀ ਸਿੱਖ ਲਈ, ਫਿਰ ਉਹਨੇ ਭੋਜਨ ਪਕਾ ਕੇ ਖਾਣਾ ਜਿਹੜਾ ਸੀਗਾ ਸ਼ੁਰੂ ਕਰ ਦਿੱਤਾ। ਦ ਯੂਜ਼ ਆਫ ਟਰਾਂਸਪੋਰਟ ਟੂ ਟਰੈਵਲ ਐਂਡ ਮੈਨੀ ਮੋਰ ਥਿੰਗਸ ਦੈਟ ਵੀ ਸੀ ਅਰਾਊਂਡ ਅਸ ਟੂਡੇ
ਇਹ ਤੋਂ ਬਿਨਾਂ ਫਿਰ ਕੀ ਆ ਉਹਨੇ ਕਿ ਜਦੋਂ ਪਹੀਏ ਦੀ ਖੋਜ ਕੀਤੀ ਤਾਂ ਉਹਨੂੰ ਕੀ ਆ ਆਵਾਜਾਈ ਦੇ ਜਿਹੜੇ ਸਾਧਨ ਆ ਉਹ ਵੀ ਡਿਵੈਲਪ ਹੋਣ ਲੱਗ ਗਏ। ਉਹਨੂੰ ਪਤਾ ਲੱਗਿਆ ਕਿ ਇੱਕ ਥਾਂ ਤੋਂ ਦੂਜੀ ਥਾਂ 'ਤੇ ਕਿਵੇਂ ਆਵਾਜਾਈ ਦੀ ਸਾਧਨਾਂ ਦੀ ਵਰਤੋਂ ਕਰਕੇ ਜਾਣਾ ਵਾ, ਜਿਵੇਂ ਕਿ ਅੱਜ ਦੇ ਸਮੇਂ ਵਿੱਚ ਆਪਣੇ ਆਲੇ ਦੁਆਲੇ ਬਹੁਤ ਆਵਾਜਾਈ ਦੇ ਸਾਧਨ ਨੇ ਹੈ ਨਾ। ਇਟ ਟੁੱਕ ਹਿਮ ਮਿਲੀਅਨਸ ਆਫ ਈਅਰਸ ਟੂ ਰੀਚ ਦਾ ਪ੍ਰੈਜੈਂਟ ਸਟੇਟ। ਇਹ ਨਹੀਂ ਹੈਗਾ ਕਿ ਮਨੁੱਖ ਨੇ ਸਾਰੀਆਂ ਚੀਜ਼ਾਂ ਇੱਕ ਦੋ ਦਿਨਾਂ 'ਚ ਸਿੱਖ ਲਈਆਂ। ਇਹਨਾਂ ਚੀਜ਼ਾਂ ਨੂੰ ਸਿੱਖਣ ਦੇ ਲਈ ਜਾਂ ਅੱਜ ਦੇ ਟਾਈਮ ਵਿੱਚ ਪਹੁੰਚਣ ਦੇ ਲਈ ਮਨੁੱਖ ਨੂੰ ਬਹੁਤ ਮਿਲੀਅਨ ਸਾਲ ਲੱਗ ਗਏ ਸੀਗੇ। The story of man's development is not only interesting but also educative। ਮਨੁੱਖ ਦੇ ਜਿਹੜੇ ਜੀਵਨ ਦੀ ਇਹ ਸਟੋਰੀ ਆ ਕਹਿੰਦੇ ਸਿਰਫ ਕੀ ਆ ਦਿਲਚਸਪ ਨਹੀਂ ਹੈਗੀ, ਬਲਕਿ ਇਹਦੇ ਵਿੱਚੋਂ ਕੀ ਆ ਕਿ ਸਾਨੂੰ ਸਾਡਾ ਜਿਹੜਾ ਗਿਆਨ ਆ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਵਾਧਾ ਹੁੰਦਾ ਵਾ। ਅੱਗੇ ਹੈਗਾ ਹਿਸਟਰੀ ਇਜ਼ ਅ ਰਿਟਨ ਰਿਕਾਰਡ ਆਫ ਦਾ ਪਾਸਟ ਇਵੈਂਟ। ਹਿਸਟਰੀ ਕੀ ਆ ਕਿ ਪੁਰਾਣੇ ਸਮੇਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਦਾ ਲਿਖਤੀ ਵੇਰਵਾ ਵਾ। ਦਾ ਪਰਸਨ ਹੂ ਰਾਈਟ ਹਿਸਟਰੀ ਆਰ ਸੈਡ ਟੂ ਬੀ ਹਿਸਟੋਰੀਅਨਸ। ਦੇਖੋ ਹੁਣ ਜਿਹੜੇ ਪਰਸਨ ਹਿਸਟਰੀ ਲਿਖਦੇ ਆ ਉਹਨਾਂ ਨੂੰ ਕੀ ਕਹਿੰਦੇ ਆ, ਹਿਸਟੋਰੀਅਨਸ ਕਹਿੰਦੇ ਆ। ਦਾ ਵਰਡ ਹਿਸਟਰੀ, ਹਿਸਟਰੀ ਸ਼ਬਦ ਆ ਜਿਹੜਾ ਕਮਸ ਫਰੋਮ ਹਿਸਟੋਰੀਆ, ਕਿੱਥੋਂ ਆਇਆ, ਹਿਸਟੋਰੀਆ ਤੋਂ ਬਣਿਆ ਵਾ। ਆ ਗਰੀਕ ਵਰਡ ਮੀਨਿੰਗ ਜਿਹੜਾ ਇੱਕ ਕਿਹੜਾ ਵਾ, ਗਰੀਕ ਵਰਡ ਆ, ਯੂਨਾਨੀ ਸ਼ਬਦ ਆ ਜਿਹੜਾ ਕੀ ਤੋਂ ਬਣਿਆ ਵਾ, ਜਿਹਦਾ ਮੀਨਿੰਗ ਹੈਗਾ ਵਾ ਨੌਲੇਜ ਆਫ ਪਾਸਟ, ਕਿ ਲੰਘ ਚੁੱਕੇ ਸਮੇਂ ਦਾ ਜਿਹੜਾ ਹੈਗਾ ਵਾ ਗਿਆਨ ਪ੍ਰਾਪਤ ਕਰਨਾ। ਹਿਸਟੋਰੀਅਨਸ ਨਾਟ ਓਨਲੀ ਡਿਸਕ੍ਰਾਈਬ ਈਵੈਂਟ ਬਟ ਆਲਸੋ ਟਰਾਈ ਟੂ ਐਕਸਪਲੇਨ ਇਟ ਰੀਜ਼ਨਸ ਆਫ ਹੈਪਨਿੰਗ। ਜਿਹੜੇ ਹਿਸਟੋਰੀਅਨਸ ਨੇ ਉਹ ਸਾਨੂੰ ਸਿਰਫ ਇਹੀ ਨਹੀਂ ਦੱਸਦੇ ਕਿ ਕੋਈ ਘਟਨਾ ਵਾਪਰੀ ਹੈ, ਨਾਲ ਨਾਲ ਇਹ ਵੀ ਦੱਸਦੇ ਆ ਕਿ ਉਸ ਘਟਨਾ ਦੇ ਵਾਪਰਨ ਦੇ ਪਿੱਛੇ ਕੀ ਕਾਰਨ ਹੋ ਸਕਦੇ ਆ। ਅੱਗੇ ਹੈਗਾ ਹੈਰੋਡੋਟਸ ਹੂ ਫਸਟ ਰੋਟ ਹਿਸਟਰੀ। ਹੈਰੋਡੋਟਸ ਦਾ ਜਿਹੜਾ ਉਹ ਪਹਿਲਾ ਪਰਸਨ ਸੀ ਜਿਹਨੇ ਇਤਿਹਾਸ ਲਿਖਿਆ ਸੀ, ਇਜ਼ ਨੋਨ ਐਜ਼ ਫਾਦਰ ਆਫ ਹਿਸਟਰੀ, ਅਤੇ ਉਹਨਾਂ ਨੂੰ ਹੀ ਹਿਸਟਰੀ ਦਾ ਜਿਹੜਾ ਹੈਗਾ ਪਿਤਾਮਾ ਕਿਹਾ ਜਾਂਦਾ ਵਾ। ਨੈਕਸਟ ਸਾਨੂੰ ਇੱਕ ਕੁਐਸਚਨ ਪੁੱਛਿਆ ਗਿਆ ਗਾ ਕਿ ਵੇਅਰ ਡਿਡ ਦਾ ਮੈਨ ਲਿਵ ਇਨ ਦਾ ਐਂਸੀਐਂਟ ਪੀਰੀਅਡ। ਪੁਰਾਣੇ ਸਮੇਂ ਵਿੱਚ ਜਿਹੜਾ ਮਨੁੱਖ ਸੀ ਉਹ ਕਿੱਥੇ ਰਹਿੰਦਾ ਸੀ। ਆਪਾਂ ਸਾਰਿਆਂ ਨੇ ਪਹਿਲਾਂ ਲੈਸਨ ਪੜ੍ਹਿਆ ਹੀ ਆ, ਦੇਖੋ ਆ ਦਿੱਤਾ ਹੋਇਆ। ਇਨ ਦਾ ਬਿਗਨਿੰਗ ਦਾ ਮੈਨ ਲਿਵਡ ਇਨ ਕੇਵਸ ਲਾਈਕ ਐਨੀਮਲਸ, ਕਿ ਮਨੁੱਖ ਜਾਨਵਰਾਂ ਦੀ ਤਰ੍ਹਾਂ ਕੀ ਸੀ, ਗੁਫਾਵਾਂ ਵਿੱਚ ਰਹਿੰਦਾ ਸੀਗਾ। ਇਹਨੂੰ ਪੜ੍ਹਦੇ ਹਾਂ। The second question that you may ask is as to how do we know about what happened thousands of years ago। ਦੂਜਾ ਪ੍ਰਸ਼ਨ ਨਾ ਸ਼ਾਇਦ ਤੁਹਾਡੇ ਸਾਰਿਆਂ ਦੇ ਮਨ ਵਿੱਚ ਇਹੀ ਆਊਗਾ ਕਿ ਜਿਹੜੀਆਂ ਘਟਨਾਵਾਂ ਹਜ਼ਾਰਾਂ ਸਾਲ ਪਹਿਲਾਂ ਵਾਪਰ ਗਈਆਂ, ਠੀਕ ਆ, ਉਹਨਾਂ ਬਾਰੇ ਅਸੀਂ ਕਿਵੇਂ ਜਾਣਦੇ ਹਾਂ। The man leaves behind him knowingly or unknowingly several clues that help us reconstruct the story of mankind। ਕਹਿੰਦੇ ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ, ਜਿਵੇਂ ਆਪਾਂ ਕਹਿ ਦਈਏ ਨਾ, ਕਈ ਅਜਿਹੇ ਤੱਥ ਨੇ ਜਿਹੜੇ ਮਨੁੱਖ ਆਪਣੇ ਪਿੱਛੇ ਛੱਡ ਗਿਆ, ਜਿਨ੍ਹਾਂ ਤੋਂ ਸਾਨੂੰ ਕੀ ਆ, ਮਨੁੱਖ ਦੀ ਕਹਾਣੀ ਦੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਕੀ ਆ, ਹੈਲਪ ਮਿਲਦੀ ਆ, ਸਹਾਇਤਾ ਮਿਲਦੀ ਆ। ਦੇ ਆਰ ਕਾਲਡ ਸੋਰਸ ਆਫ ਇਨਫੋਰਮੇਸ਼ਨ ਫॉर ਹਿਸਟਰੀ। ਉਹਨੂੰ ਹੀ ਆਪਾਂ ਇਤਿਹਾਸ ਦੇ ਜਿਹੜੇ ਹੈਗੇ ਆ ਜਾਣਕਾਰੀ ਸਰੋਤ ਕਹਿੰਦੇ ਆ। ਫॉर ਐਗਜ਼ਾਮਪਲ ਬੁੱਕਸ ਆਰ ਰਿਟਨ ਅਬਾਊਟ ਸਵੈਲ ਥਿੰਗਸ ਦੈਟ ਐਗਜ਼ਿਸਟ ਅਰਾਊਂਡ ਅਸ ਔਰ ਦਾ ਇੰਪੋਰਟੈਂਟ ਪੀਪਲ, ਡਿਸਕਵਰੀਜ਼, ਸਾਇੰਸ ਐਂਡ ਸੋ ਔਨ। ਦੇਖੋ ਇਹਨਾਂ ਨੂੰ ਆਪਾਂ ਇਤਿਹਾਸਿਕ ਸਰੋਤ ਕਿਹਾ ਜਾਂਦਾ ਵਾ, ਠੀਕ ਆ। ਜਿਵੇਂ ਫੋਰ ਐਗਜ਼ਾਮਪਲ ਆਪਾਂ ਕਹਿ ਦਈਏ ਵੀ ਸਾਡੇ ਆਲੇ ਦੁਆਲੇ ਜਿਹੜੀਆਂ ਵੀ ਵਸਤਾਂ ਨੇ, ਜਿਹੜੀਆਂ ਵੀ ਘਟਨਾਵਾਂ ਨੇ, ਹੈ ਨਾ, ਮਹੱਤਵਪੂਰਨ ਲੋਕ ਨੇ, ਕੋਈ ਵੀ ਖੋਜਾਂ ਕਰਦੇ ਆ ਵਿਗਿਆਨ ਦੇ ਬਾਰੇ ਆ, ਚਾਹੇ ਹੈ ਨਾ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਜਾਂਦੀਆਂ ਨੇ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੀ ਸੀ, ਹਿਸਟਰੀ ਦੇ ਜਿਹੜੇ ਆਪਾਂ ਕਹਿ ਦਈਏ ਸੋਰਸ ਨੇ, ਸਰੋਤ ਨੇ। ਕੰਟੀਨਿਊ ਕਰਦੇ ਆ ਅੱਗੇ। ਦੈਨ ਦੇਅਰ ਆਰ ਓਲਡ ਥਿੰਗਸ। ਇਹ ਤੋਂ ਬਿਨਾਂ ਕੀ ਹੈ, ਕਹਿੰਦੇ ਕੁਛ ਪੁਰਾਣੀਆਂ ਚੀਜ਼ਾਂ ਵੀ ਨੇ, ਜਿਵੇਂ ਹੈ ਨਾ ਆਪਾਂ ਕਹਿ ਦਈਏ ਮਟੀਰੀਅਲ ਰਿਮੇਨਸ ਆਫ ਦਾ ਪਾਸਟ ਦੈਟ ਆਲਸੋ ਹੈਲਪ ਅਸ ਟੂ ਲਰਨ ਅਬਾਊਟ ਓਲਡ ਟਾਈਮਸ। ਪੁਰਾਣੇ ਸਮੇਂ ਦੀਆਂ ਕੁਛ ਚੀਜ਼ਾਂ ਹੁੰਦੀਆਂ ਨੇ ਇਹੋ ਜਿਹੀਆਂ ਜਿਹੜੀਆਂ ਆਪਾਂ ਨੂੰ ਪ੍ਰਾਪਤ ਹੋਈਆਂ ਨੇ, ਉਹ ਵੀ ਸਾਡੀਆਂ ਕੀ ਹੈ ਕਿ ਪੁਰਾਣੇ ਸਮੇਂ ਦੇ ਇਤਿਹਾਸ ਨੂੰ ਜਾਣਨ ਵਿੱਚ ਹੈਲਪ ਕਰਦੀਆਂ ਨੇ। ਦਾ ਰਿਟਨ ਬੁੱਕਸ ਆਰ ਨੋਨ ਐਜ਼ ਦਾ ਲਿਟਰੇਰੀ ਸੋਰਸ। ਦੇਖੋ ਹੁਣ ਜਿਹੜੀਆਂ ਰਿਟਨ ਬੁੱਕਸ ਹੁੰਦੀਆਂ ਨੇ ਉਹਨਾਂ ਨੂੰ ਕੀ ਕਹਿੰਦੇ ਆ, ਉਹਨਾਂ ਨੂੰ ਲਿਟਰੇਰੀ ਸੋਰਸ ਕਿਹਾ ਜਾਂਦਾ ਵਾ। ਐਂਡ ਮਟੀਰੀਅਲ ਰਿਮੇਨਸ ਆਰ ਨੋਨ ਐਜ਼ ਆਰਕੀਓਲੋਜੀਕਲ ਸੋਰਸ। ਅਤੇ ਜਿਹੜੇ ਸਾਡੇ ਕੋਲ ਮਟੀਰੀਅਲ ਜਿਹੜੀਆਂ ਚੀਜ਼ਾਂ ਮਿਲਦੀਆਂ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ, ਆਰਕੀਓਲੋਜੀਕਲ ਸੋਰਸ, ਠੀਕ ਆ। ਉਹਨਾਂ ਨੂੰ ਪੁਰਾਤਤਵ ਸਰੋਤ ਕਹਿੰਦੇ ਆ। ਬੁੱਕਸ ਨੂੰ ਸਾਹਿਤਿਕ ਸਰੋਤ, ਲਿਟਰੇਰੀ ਸੋਰਸ, ਐਂਡ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਆਰਕੀਓਲੋਜੀਕਲ ਸੋਰਸ, ਮਤਲਬ ਪੁਰਾਤਤਵ ਜਿਹੜੇ ਨੇ ਸਰੋਤ ਕਹਿੰਦੇ ਆ, ਠੀਕ ਆ। ਅੱਗੇ ਹੈਗਾ ਲਿਟਰੇਰੀ ਜਿਹੜੇ ਸੋਰਸ ਨੇ, ਸਭ ਤੋਂ ਪਹਿਲਾਂ ਆਪਾਂ ਉਹਨਾਂ ਬਾਰੇ ਪੜ੍ਹਾਂਗੇ ਜਿਹੜੇ ਸਾਹਿਤਿਕ ਸਰੋਤ ਨੇ, ਮਤਲਬ ਜਿਹੜੇ ਕਿਤਾਬਾਂ ਦੇ ਰੂਪ ਵਿੱਚ ਸਾਡੇ ਅੱਗੇ ਨੇ। ਸਭ ਤੋਂ ਪਹਿਲਾਂ ਆ ਗਿਆ ਦਾ ਇੰਪੋਰਟੈਂਟ ਲਿਟਰੇਰੀ ਸੋਰਸ ਆਰ ਦਾ ਰਿਲੀਜੀਅਸ ਬੁੱਕਸ ਲਾਈਕ ਦਾ। ਸਭ ਤੋਂ ਪਹਿਲਾਂ ਕਹਿੰਦੇ ਸਾਹਿਤਕ ਸਰੋਤ ਵਿੱਚ ਕੀ ਹੁੰਦਾ ਵਾ, ਰਿਲੀਜੀਅਸ ਬੁੱਕਸ। ਰਿਲੀਜੀਅਸ ਮੀਨਸ ਕਿ ਜਿਹੜੀਆਂ ਸਾਡੀਆਂ ਧਾਰਮਿਕ ਪੁਸਤਕਾਂ ਨੇ, ਹੈ ਨਾ। ਦੇਖੋ ਰਿਲੀਜੀਅਸ ਬੁੱਕਸ ਧਾਰਮਿਕ ਪੁਸਤਕਾਂ ਨੇ। ਹੁਣ ਕਿਹੜੀਆਂ ਕਿਹੜੀਆਂ ਨੇ, ਵੇਦਾਸ, ਬ੍ਰਾਹਮਣਾਸ, ਆਰਨਾਇਕਸ, ਉਪਨਿਸ਼ਦ,
ਸੂਤਰਾਸ, ਇਹ ਸਾਰੀਆਂ ਵੈਸੇ ਹਿੰਦੂ ਧਰਮ ਦੀਆਂ ਪੁਸਤਕਾਂ ਨੇ। ਇਹੀ ਕੀ ਨੇ, ਸਾਹਿਤਿਕ ਸਰੋਤ ਨੇ। ਦਾ ਐਪਿਕਸ ਦਾ, ਇਹ ਤੋਂ ਬਿਨਾਂ ਐਪਿਕਸ ਆ ਗਈਆਂ ਜਿਵੇਂ ਰਮਾਇਣਾ ਹੋ ਗਿਆ, ਮਹਾਭਾਰਤ ਹੋ ਗਿਆ, ਠੀਕ ਹੈ। ਇਹ ਤੋਂ ਬਿਨਾਂ ਪੁਰਾਣ ਆ ਜਿਹੜੇ ਉਹ ਹੋ ਗਏ। ਇਹ ਸਾਰੇ ਕੀ ਨੇ, ਸਾਹਿਤਿਕ ਸਰੋਤ ਨੇ। ਦਾ ਬੁੱਧਿਸਟ ਐਂਡ ਜੈਨਸ ਆਲਸੋ ਰੋਟ ਮੈਨੀ ਬੁੱਕਸ, ਇਹ ਤੋਂ ਬਿਨਾਂ ਬੁੱਧ ਅਤੇ ਜੈਨ ਧਰਮ ਦੇ ਵਿੱਚ ਵੀ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ। ਬਿਸਾਈਡ ਟੈਲਿੰਗ ਅਸ ਅਬਾਊਟ ਦਾ ਰਿਲੀਜੀਅਸ ਦੀਜ਼ ਵਰਕਸ ਆਲਸੋ ਥਰੋ ਲਾਈਟ ਔਨ ਦਾ ਈਵੈਂਟਸ ਐਂਡ ਸੋਸਾਇਟੀ ਆਫ ਦਾ ਟਾਈਮ ਵੈਨ ਦੇ ਆਰ ਰਿਟਨ। ਕਹਿੰਦੇ ਇਹ ਸਾਨੂੰ ਕੀ ਹੈ ਕਿ ਸਿਰਫ ਧਾਰਮਿਕ ਜਾਣਕਾਰੀ ਨਹੀਂ ਦਿੰਦੀਆਂ, ਬਲਕਿ ਉਸ ਟਾਈਮ ਦੇ ਵਿੱਚ ਇਹਨਾਂ ਬੁੱਕਸ ਵਿੱਚ ਸਾਰਾ ਕੁਛ ਲਿਖਿਆ ਹੋਇਆ ਕਿ ਸਮਾਜ ਵਿੱਚ ਜੋ ਵੀ ਘਟਨਾਵਾਂ ਵਾਪਰ ਰਹੀਆਂ ਸੀ ਉਸ ਟਾਈਮ ਦੀਆਂ, ਉਹਨਾਂ ਬਾਰੇ ਵੀ ਇਹਨਾਂ ਕਿਤਾਬਾਂ ਵਿੱਚ ਲਿਖਿਆ ਹੋਇਆ। There are books written about the rules and regulations of ancient times called the ਧਰਮ ਸ਼ਾਸਤਰਾ like the ਮਨੂ ਸਮ੍ਰਿਤੀ। ਇਹ ਤੋਂ ਬਿਨਾਂ ਕਹਿੰਦੇ ਕੁਛ ਕਿਤਾਬਾਂ ਇਹੋ ਜਿਹੀਆਂ ਵੀ ਨੇ ਜਿਹਦੇ ਵਿੱਚ ਕੀ ਆ ਕਿ ਧਰਮ ਨਾਲ ਰਿਲੇਟਡ ਕੁਛ ਨਾ ਕੁਛ ਰੂਲਸ ਔਰ ਰੈਗੂਲੇਸ਼ਨਸ ਲਿਖੇ ਹੋਏ ਆ। ਜਿਵੇਂ ਆਪਾਂ ਕਹਿ ਦਈਏ ਕਿ ਜਿਹੜਾ ਫੇਮਸ ਧਰਮ ਸ਼ਾਸਤਰ ਆ, ਠੀਕ ਆ, ਉਹ ਕਿਹੜਾ ਮੰਨਿਆ ਗਿਆ ਵਾ, ਮਨੂ ਸਮ੍ਰਿਤੀ, ਉਹਨੂੰ ਜਾਣਿਆ ਜਾਂਦਾ ਵਾ ਧਰਮ ਸ਼ਾਸਤਰ ਦੇ ਤੌਰ 'ਤੇ। ਇਹ ਤੋਂ ਬਿਨਾਂ ਕੀ ਆ, ਮਨੂ ਸਮ੍ਰਿਤੀ ਇਜ਼ ਆਲਸੋ ਔਨ ਦਾ ਸਟੇਟ ਐਡਮਿਨਿਸਟ੍ਰੇਸ਼ਨ ਲਾਈਕ ਦਾ ਅਰਥ ਸ਼ਾਸਤਰਾ, ਜਿਵੇਂ ਕਿ ਅਰਥ ਸ਼ਾਸਤਰਾ ਹੋ ਗਿਆ ਹੈ ਨਾ, ਜਿਹੜਾ ਕਿਹਨੇ ਲਿਖਿਆ, ਰਿਟਨ ਬਾਏ ਕੌਟਲਿਆ ਨੇ ਲਿਖਿਆ ਵਾ। ਇਹ ਵੀ ਕੀ ਆ ਕਿ ਇਹਦੇ ਵਿੱਚੋਂ ਸਾਨੂੰ ਮੌਰੀਆ ਕਾਲ ਦੀ ਜਾਣਕਾਰੀ ਮਿਲਦੀ ਆ ਉਸ ਸਮੇਂ ਦੀ, ਠੀਕ ਆ। ਅੱਗੇ ਪੜ੍ਹਦੇ ਹਾਂ ਇਹਨੂੰ। ਦੈਨ ਦੇਅਰ ਆਰ ਡਰਾਮਾਜ਼ ਰਿਟਨ ਬਾਏ ਸਕੋਲਰਸ ਲਾਈਕ ਬਾਦਸ਼ਾਹ ਕਾਲੀਦਾਸ ਐਂਡ ਮੈਨੀ ਅਦਰਸ। ਫਿਰ ਪੁਰਾਣੇ ਸਮੇਂ ਵਿੱਚ ਬਹੁਤ ਹੀ ਵੱਡੇ ਜਿਹੜੇ ਵਿਦਵਾਨ ਵੀ ਹੋਏ ਆ, ਠੀਕ ਆ, ਜਿਹੜੇ ਵਧੀਆ ਰਾਈਟਰ ਸੀਗੇ ਆਪਣੇ ਸਮੇਂ ਦੇ, ਜਿਵੇਂ ਭਾਸ਼ ਹੋ ਗਿਆ, ਕਾਲੀਦਾਸ ਹੋ ਗਿਆ, ਉਹਨਾਂ ਨੇ ਵੀ ਕੀ ਆ ਕਿ ਆਪਣੇ ਜਿਹੜੇ ਨੇ ਬੁੱਕਸ ਲਿਖੀਆਂ ਨੇ ਉਹਦੇ ਵਿੱਚ ਉਸ ਸਮੇਂ ਦੀ ਜਾਣਕਾਰੀ ਦਿੱਤੀ ਆ। ਫਿਰ ਹੈਗਾ ਦਾ ਆਰਟ ਆਫ ਸਟੋਰੀ ਟੈਲਿੰਗ ਓਰੀਜੀਨੇਟਡ ਇਨ ਇੰਡੀਆ। ਕਹਿੰਦੇ ਸਭ ਤੋਂ ਪਹਿਲਾਂ ਜਿਹੜਾ ਕਹਾਣੀ ਦਾ ਜਿਹੜਾ ਆਰੰਭ ਸੀਗਾ ਇੰਡੀਆ ਦੇ ਵਿੱਚ ਹੀ ਹੋਇਆ ਵਾ। ਦਾ ਆਰਟ ਆਫ ਸਟੋਰੀ ਟੈਲਿੰਗ ਓਰੀਜੀਨੇਟਡ ਆ ਜਿਹੜਾ ਉਹ ਕਿੱਥੇ ਹੋਇਆ, ਇੰਡੀਆ ਦੇ ਵਿੱਚ ਹੋਇਆ। ਮੈਨੀ ਬੁੱਕਸ ਔਨ ਫੇਬਲਸ ਵਾਰ ਰਿਟਨ। ਇਹ ਤੋਂ ਬਿਨਾਂ ਕੀ ਸੀ ਕਿ ਬਹੁਤ ਸਾਰੀਆਂ ਕਿਤਾਬਾਂ ਇਹੋ ਜਿਹੀਆਂ ਵੀ ਨੇ ਜਿਹੜੀਆਂ ਕਿ ਕਾਹਦੇ 'ਤੇ ਲਿਖੀਆਂ ਗਈਆਂ ਨੇ, ਜਿਵੇਂ ਆਪਾਂ ਕਹਿ ਦਈਏ ਕਿ ਖੋਜਾਂ 'ਤੇ ਲਿਖੀਆਂ ਗਈਆਂ ਨੇ, ਹੈ ਨਾ, ਬਹੁਤ ਸਾਰੀਆਂ ਕਿਤਾਬਾਂ। ਉਹਨਾਂ ਬਾਰੇ ਹੁਣ ਆਪਾਂ ਪੜ੍ਹਾਂਗੇ ਉਹ ਕਿਹੜੀਆਂ ਕਿਹੜੀਆਂ ਸੀਗੀਆਂ। ਦੇਅਰ ਵਾਰ ਸਾਇੰਟਿਸਟਸ ਲਾਈਕ ਆਰੀਆਵਟ ਐਂਡ ਬ੍ਰਾਹਮੇਰਾ ਹੂ ਰੋਟ ਅਬਾਊਟ ਦੇਅਰ ਡਿਸਕਵਰੀਜ਼। ਇੱਥੇ ਕਹਿੰਦੇ ਜਿਹੜੇ ਫੇਮਸ ਪੁਰਾਣੇ ਸਮੇਂ ਦੇ ਨਾ ਫੇਮਸ ਸਾਇੰਟਿਸਟ ਸੀ, ਕਿਹੜੇ ਕਿਹੜੇ ਦੇ ਨਾਮ ਦਿੱਤੇ ਗਏ ਆ, ਆਰੀਆਵਟ ਐਂਡ ਬ੍ਰਾਹਮੇਰਾ, ਜਿਨ੍ਹਾਂ ਨੇ ਕੀ ਆ ਕਿ ਆਪਣੀਆਂ ਸਾਇੰਸ ਦੀਆਂ ਖੋਜਾਂ ਦੇ ਬਾਰੇ ਆਪਣੀਆਂ ਬੁੱਕਸ ਵਿੱਚ ਲਿਖਿਆ। ਦੇਅਰ ਬੁੱਕਸ ਟੈਲ ਅਸ ਦੈਟ ਇੰਡੀਅਨਸ ਵਾਰ ਵੈਰੀ ਐਡਵਾਂਸਡ ਇਨ ਦਾ ਨੌਲੇਜ ਆਫ ਸਾਇੰਸ। ਕਹਿੰਦੇ ਉਹਨਾਂ ਦੀਆਂ ਬੁੱਕਸ ਸਾਨੂੰ ਇਹ ਦੱਸਦੇ ਆ ਕਿ ਜਿਹੜੇ ਇੰਡੀਅਨ ਨੇ ਉਹ ਸਾਇੰਸ ਅਤੇ ਮੈਥਾਮੈਟਿਕ ਦੀ ਨੌਲੇਜ ਦੇ ਵਿੱਚ ਵੀ ਕੀ ਸੀ, ਬਹੁਤ ਐਡਵਾਂਸ ਸੀਗੇ, ਦੂਜੇ ਲੋਕਾਂ ਨਾਲੋਂ ਬਹੁਤ ਅੱਗੇ ਸੀਗੇ ਪੁਰਾਣੇ ਸਮੇਂ ਦੇ ਵਿੱਚ, ਠੀਕ ਆ, ਕੰਪੇਅਰਸ ਟੂ ਦਾ ਅਦਰ ਕੰਟਰੀਜ਼, ਦੂਜੇ ਦੇਸ਼ਾਂ ਦੇ ਮੁਕਾਬਲੇ ਜਿਵੇਂ ਆਪਾਂ ਕਹਿ ਦਈਏ। ਫਿਰ ਹੈਗਾ ਦਾ ਟੂ ਐਪਿਕਸ ਆਫ ਗ੍ਰੇਟ ਇੰਪੋਰਟੈਂਸ ਇਨ ਦਾ ਵੈਦਿਕ ਪੀਰੀਅਡ। ਕਹਿੰਦੇ ਜਿਹੜੇ ਦੋਨੇ ਮਹਾਕਾਵ ਨੇ ਵੈਦਿਕ ਪੀਰੀਅਡ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਸੀ। ਵਰਦਾ ਰਮਾਇਣਾ ਐਂਡ ਮਹਾਭਾਰਤਾ, ਦੋ ਐਪਿਕਸ, ਦੋ ਜਿਹੜੇ ਆਪਣੇ ਕੀ ਨੇ ਮਹਾਕਾਵ ਕਿਹੜੇ ਨੇ, ਇੱਕ ਰਮਾਇਣਾ ਐਂਡ ਇੱਕ ਮਹਾਭਾਰਤਾ। ਇਟ ਇਜ਼ ਸੈਡ ਦੈਟ ਰਮਾਇਣਾ ਵਾਜ ਕੰਪੋਜ਼ਡ ਬਾਏ ਰਿਸ਼ੀ ਵਾਲਮੀਕੀ। ਤੋਂ ਸਾਨੂੰ ਕੀ ਪਤਾ ਲੱਗਦਾ ਕਿ ਜਿਹੜਾ ਰਮਾਇਣ ਆ ਉਹ ਕਿਹਨੇ ਲਿਖਿਆ, ਰਮਾਇਣ ਆ ਜਿਹੜਾ ਆਪਣਾ, ਦੇਖੋ ਰਮਾਇਣ ਰਿਟਨ ਬਾਏ ਕਿਹਨੇ ਕੰਪੋਜ਼ਡ ਕੀਤਾ, ਰਿਸ਼ੀ ਵਾਲਮੀਕ ਨੇ। ਇਟ ਕੰਟੇਨਸ ਅਬਾਊਟ 24,000 ਸ਼ਲੋਕ। ਜਿਹੜਾ ਰਮਾਇਣ ਉਹਦੇ ਵਿੱਚ 24,000 ਦੇ ਕਰੀਬ ਜਿਹੜੇ ਨੇ ਸ਼ਲੋਕ ਨੇ। ਐਂਡ ਦਾ ਮਹਾਭਾਰਤਾ ਇਜ਼ ਜਿਗਨੈਟਿਕ ਮੈਸ ਆਫ ਕੰਪੋਜੀਸ਼ਨਸ ਬਾਏ ਡਾਈਵਰਸ ਆਥਰਸ ਐਕਸਟੈਂਡਿੰਗ ਓਵਰ ਮੈਨੀ ਸੈਂਚਰੀਜ਼। ਕਹਿੰਦੇ ਜਿਹੜਾ ਹੁਣ ਮਹਾਭਾਰਤ ਆ ਉਹਦੇ ਬਾਰੇ ਇਹ ਕਿਹਾ ਜਾਂਦਾ ਵਾ ਕਿ ਮਹਾਭਾਰਤ ਕਈ ਸਦੀਆਂ ਵਿੱਚ ਵੱਖ-ਵੱਖ ਲੇਖਕਾਂ ਦੁਆਰਾ ਵਿਸਤਾਰ ਵਿੱਚ ਲਿਖੀਆਂ ਗਈਆਂ ਰਚਨਾਵਾਂ ਦਾ ਸਮੂਹ ਆ, ਠੀਕ ਹੈ। ਇਹਨਾਂ ਦਾ ਮਤਲਬ ਕਹਿਣਾ ਇਹ ਹੈ ਕਿ ਇਹ ਡਿਫਰੈਂਟ ਰਾਈਟਰਸ ਦਾ ਲਿਖਿਆ ਹੋਇਆ ਵਾ। ਅਕੋਰਡਿੰਗ ਟੂ ਆ ਜਨਰਲ ਵਿਊ ਇਟ ਵਾਜ਼ ਰਿਟਨ ਬਾਏ ਰਿਸ਼ੀ ਵੇਦ ਵਿਆਸ। ਪਰ ਜੇ ਇੱਕ ਆਮ ਵਿਚਾਰ ਦੇਖਿਆ ਜਾਵੇ ਤਾਂ ਮੰਨਿਆ ਜਾਂਦਾ ਵੀ ਇਹ ਰਿਸ਼ੀ ਵੇਦ ਵਿਆਸ ਨੇ ਲਿਖਿਆ ਵਾ। ਇਟ ਵਾਜ਼ ਅਰੇਂਜਡ ਇਨ 18th ਚੈਪਟਰ। ਇਹਦੇ ਵਿੱਚ ਕੁੱਲ ਕਿੰਨੇ ਚੈਪਟਰ ਨੇ, 18 ਪੁਸਤਕਾਂ ਦੇ ਵਿੱਚ ਕਹਿੰਦੇ ਇਹ ਚੈਪਟਰਸ ਦੇ ਵਿੱਚ ਲਿਖਿਆ ਗਿਆ ਵਾ। ਇਟ ਕੰਟੇਨਸ ਮੋਰ ਦੈਨ 1 ਲੱਖ ਸ਼ਲੋਕ। ਅਤੇ ਇਹਦੇ ਵਿੱਚ 1 ਲੱਖ ਤੋਂ ਵੱਧ ਵੀ ਕੀ ਨੇ ਸ਼ਲੋਕ ਮਿਲਦੇ ਨੇ, ਕਾਹਦੇ ਵਿੱਚ, ਮਹਾਭਾਰਤ ਦੇ ਵਿੱਚ, ਠੀਕ ਹੈ। ਅੱਗੇ ਹੈਗਾ ਹੁਣ
ਆਰਕਿਓਲੋਜੀਕਲ ਸੋਰਸ ਜਿਹੜਾ ਆਪਾਂ ਉਹ ਪੜ੍ਹਨ ਜਾ ਰਹੇ ਹਾਂ। The archaeological source includes old buildings, pottery, things of everyday use, coins and inscriptions। ਕਹਿੰਦੇ ਜਿਹੜੇ ਪੁਰਾਤਤਵ ਸਰੋਤ ਨੇ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਆ ਜਾਂਦੀਆਂ ਨੇ, ਜਿਵੇਂ ਆਪਾਂ ਨੇ ਆ ਗਿਆ ਓਲਡ ਬਿਲਡਿੰਗਸ ਹੈ ਨਾ, ਮਤਲਬ ਜਿਹੜੀਆਂ ਕੀ ਨੇ ਕਿ ਪੁਰਾਣੀਆਂ ਜਿਹੜੀਆਂ ਨੇ ਇਮਾਰਤਾਂ ਨੇ ਉਹ ਆ ਗਈਆਂ, ਠੀਕ ਆ। ਪੋਟਰੀ ਆ ਗਏ, ਜਿਹੜੇ ਆਪਣੇ ਬਰਤਨ ਨੇ ਭਾਂਡੇ ਨੇ ਉਹ ਆ ਗਏ। ਫਿਰ ਥਿੰਗਸ ਆਫ ਐਵਰੀਡੇ ਯੂਜ਼, ਸਾਡੇ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਹੋ ਗਈਆਂ ਜਿਵੇਂ ਹੈ ਨਾ। ਫਿਰ ਇਹ ਤੋਂ ਬਿਨਾਂ ਕੀ ਆ ਗਿਆ, ਕੋਇਨਸ ਹੋ ਗਏ, ਜਿਹੜੇ ਸਿੱਕੇ ਹੋ ਗਏ ਉਹ ਆ ਗਿਆ। ਇਨਸਕ੍ਰਿਪਸ਼ਨਸ ਜਿਹੜੇ ਨੇ, ਜਿਹੜਾ ਪ੍ਰਾਚੀਨ ਸਮੇਂ ਦੇ ਵਿੱਚ ਆਪਾਂ ਕਹਿ ਦਈਏ ਜਿਵੇਂ ਅਭਿਲੇਖ ਲਿਖੇ ਗਏ ਨੇ ਹੈ ਨਾ, ਉਹ ਚੀਜ਼ਾਂ ਆ ਗਈਆਂ ਨੇ ਸਾਰੀਆਂ। ਇਹ ਆਰਕਿਓਲੋਜੀਕਲ ਜਿਹੜੇ ਨੇ ਸੋਰਸ ਨੇ। ਅੱਗੇ ਹੈਗਾ ਆਰਕਿਓਲੋਜਿਸਟ ਡਿਸਕਵਰ ਮੈਨੀ ਆਫ ਥੀਸ ਰਿਮੇਨਸ ਬਾਏ ਡਿਗਿੰਗ ਐਟ ਦਾ ਸਾਈਟ ਆਫ ਐਂਸੀਐਂਟ ਸਿਟੀਜ਼ ਐਂਡ ਟਾਊਨਸ। ਕੀ ਸਾਡੇ ਸੋਰਸ ਕਿੱਥੋਂ ਮਿਲੇ ਨੇ? ਕਹਿੰਦੇ ਪੁਰਾਤਤਵ ਵਿਗਿਆਨੀ ਹੈ ਨਾ ਜਿਹੜੇ, ਉਹਨਾਂ ਨੇ ਜਿਹੜੇ ਵੀ ਪੁਰਾਣੇ ਕਸਬੇ ਨੇ, ਪੁਰਾਣੇ ਨਗਰ ਨੇ ਹੈ ਨਾ, ਉਹਨਾਂ ਸਥਾਨਾਂ ਦੀ ਕੀ ਆ, ਡਿਗਿੰਗ ਕੀਤੀ ਆ, ਖੁਦਾਈ ਕੀਤੀ ਆ, ਠੀਕ ਆ। ਅਤੇ ਉਹ ਖੁਦਾਈ ਤੋਂ ਕੀ ਆ, ਇਹ ਸਾਰੀਆਂ ਵਸਤਾਂ ਜਿਹੜੀਆਂ ਨੇ ਲੱਭੀਆਂ ਨੇ। ਕੰਟੀਨਿਊ ਕਰਦੇ ਹਾਂ ਇਹਨੂੰ। ਯੂ ਸ਼ੈਲ ਲਰਨ ਅਬਾਊਟ ਦਾ ਸਿਟੀਜ਼ ਆਫ ਦਾ ਇੰਡਸ ਐਂਡ ਅਦਰ ਸਿਵਲਾਈਜੇਸ਼ਨ ਇਨ ਦਾ ਨੈਕਸਟ ਚੈਪਟਰ। ਕਹਿੰਦਾ ਅਗਲੇ ਚੈਪਟਰ ਵਿੱਚ ਤੁਸੀਂ ਪੁਰਾਣੇ ਇਹਨਾਂ ਸ਼ਹਿਰਾਂ ਬਾਰੇ ਪੜ੍ਹਾਂਗੇ ਹੈ ਨਾ, ਜਿਹਦੇ ਵਿੱਚ ਇੰਡਸ ਵੈਲੀ ਸਿੰਧੂ ਘਾਟੀ ਸੱਭਿਅਤਾ ਦੇ ਸ਼ਹਿਰ ਆ ਜਿਹੜੇ, ਉਹਨਾਂ ਬਾਰੇ ਵੀ ਪੜ੍ਹਾਂਗੇ। ਦੇਅਰ ਵੀ ਸ਼ੈਲ ਟੈਲ ਯੂ ਹਾਊ ਦੀਜ਼ ਸਿਟੀਜ਼ ਆਰ ਡਿਸਕਵਰਡ ਐਂਡ ਹਾਊ ਦੇ ਟੈਲ ਅਸ ਦਾ ਸਟੋਰੀ। ਕਹਿੰਦਾ ਉਹਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਇਹਨਾਂ ਸ਼ਹਿਰਾਂ ਦੀ ਖੋਜ ਆ ਜਿਹੜੀ ਉਹ ਕਿਵੇਂ ਹੋਈ ਆ, ਅਤੇ ਇਹਨਾਂ ਤੋਂ ਪ੍ਰਾਚੀਨ ਇਤਿਹਾਸ ਬਾਰੇ ਜਿਹੜੀ ਜਾਣਕਾਰੀ ਆ ਜਿਹੜੀ ਉਹ ਕਿਵੇਂ ਮਿਲਦੀ ਆ, ਠੀਕ ਆ ਹੈ ਨਾ। ਦਾ ਸਟੋਰੀ ਅਸ ਦਾ ਆਫ ਦਾ ਪਾਸਟ। ਫਿਰ ਹੈਗਾ ਪੋਟਰੀ ਆਫ ਵੇਰੀਅਸ ਪੀਰੀਅਡਸ ਆਫ ਟਾਈਮ ਇਜ਼ ਡਿਫਰੈਂਟ ਫਰੋਮ ਈਚ ਅਦਰ। ਕਹਿੰਦੇ ਜੇ ਆਪਾਂ ਦੇਖਿਆ ਜਾਵੇ ਕਿ ਹਰੇਕ ਕਾਲ ਆ ਜਿਹੜਾ, ਹਰੇਕ ਜਿਹੜਾ ਸਮਾਂ ਵਾ, ਠੀਕ, ਉਹਦੇ ਵਿੱਚ ਜਿਹੜੇ ਬਰਤਨ ਬਣੇ ਆ ਉਹ ਇੱਕ ਦੂਜੇ ਨਾਲੋਂ ਅਲੱਗ-ਅਲੱਗ ਤਰ੍ਹਾਂ ਦੇ ਆ, ਡਿਫਰੈਂਟ ਤਰ੍ਹਾਂ ਦੇ ਆ। ਅਦਰ ਦੈਟ ਟੈਲਸ ਅਸ ਅਬਾਊਟ ਦਾ ਲਿਵਿੰਗ ਸਟਾਈਲ ਆਫ ਦਾ ਪੀਪਲ ਆਫ ਦੈਟ ਟਾਈਮ। ਅਤੇ ਇਹੀ ਜਿਹੜੇ ਚੀਜ਼ਾਂ ਨੇ ਇਹ ਸਾਨੂੰ ਕੀ ਆ, ਕੀ ਦੱਸਦੇ ਆ ਕਿ ਉਸ ਸਮੇਂ ਦੇ ਲੋਕਾਂ ਦਾ ਜਿਹੜਾ ਲਿਵਿੰਗ ਸਟਾਈਲ ਆ ਉਹ ਵੀ ਕੀ ਸੀ, ਅਲੱਗ-ਅਲੱਗ ਤਰ੍ਹਾਂ ਦਾ ਹੀ ਸੀ, ਜੇ ਬਰਤਨ ਅਲੱਗ-ਅਲੱਗ ਤਰ੍ਹਾਂ ਦੇ ਨੇ। ਫਿਰ ਹੈਗਾ ਆਰਕਿਓਲੋਜਿਸਟ ਆ ਜਿਹੜੇ, ਜਿਹਨੂੰ ਆਪਾਂ ਕਹਿ ਦਈਏ ਪੁਰਾਤਤਵ ਵਿਗਿਆਨੀ ਨੇ ਜਿਹੜੇ, ਉਹ ਕੌਣ ਹੁੰਦੇ ਆ? ਆ ਪਰਸਨ ਹੂ ਸਟੱਡੀਜ਼ ਦਾ ਆਰਕਿਓਲੋਜੀਕਲ ਸੋਰਸ ਇਜ਼ ਕਾਲਡ ਐਨ ਆਰਕਿਓਲੋਜਿਸਟ। ਕਹਿੰਦੇ ਜੋ ਵਿਅਕਤੀ ਪੁਰਾਤਨ ਸਰੋਤਾਂ ਦਾ ਜਿਹੜਾ ਹੈਗਾ ਅਧਿਐਨ ਕਰਦਾ ਉਹਨੂੰ ਕੀ ਕਹਿੰਦੇ ਆਪਾਂ? ਆਰਕਿਓਲੋਜਿਸਟ ਕਹਿੰਦੇ ਆ, ਠੀਕ ਹੈ। ਅੱਗੇ ਹੈਗਾ ਡਿਡ ਦਾ ਆਰਕਿਓਲੋਜਿਸਟ ਗੈਟ ਦਾ ਰਿਮੇਨਸ ਆਫ ਕਲੋਥ। ਕੀ ਕਹਿੰਦੇ ਉਹਨਾਂ ਨੂੰ ਕੁਛ ਕੱਪੜੇ ਵੀ ਮਿਲੇ ਆ। ਜਿਵੇਂ ਜਿਵੇਂ ਆਪਾਂ ਅੱਗੇ ਪੜ੍ਹਾਂਗੇ ਉਵੇਂ ਉਵੇਂ ਆਪਾਂ ਨੂੰ ਪਤਾ ਲੱਗੀ ਜਾਊਗਾ ਕਿ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਮਿਲੀਆਂ ਨੇ। ਹੁਣ ਨੈਕਸਟ ਆਪਣੇ ਕੋਲ ਆ ਗਿਆ ਕਿ ਐਂਸੀਐਂਟ ਕੋਇਨਸ, ਜਿਹੜੇ ਪੁਰਾਣੇ ਸਿੱਕੇ ਨੇ, ਠੀਕ ਆ, ਉਹਨਾਂ ਬਾਰੇ ਪੜ੍ਹਾਂਗੇ ਆਪਾਂ। ਇਨ ਦਾ ਪਾਸਟ, ਪ੍ਰਾਚੀਨ ਕਾਲ ਵਿੱਚ ਕੋਇਨਸ ਵਰ ਮੇਡ ਆਫ ਲੈਡ, ਕਾਪਰ, ਬ੍ਰੋਂਜ਼, ਸਿਲਵਰ ਐਂਡ ਗੋਲਡ ਐਕਸਟਰਾ। ਕਿ ਪੁਰਾਣੇ ਸਮੇਂ ਵਿੱਚ ਸਿੱਕੇ ਨੇ ਜਿਹੜੇ ਕਾਹਦੇ ਬਣਾਏ ਜਾਂਦੇ ਸੀ? ਕਲੀ ਦੇ, ਤਾਂਬੇ ਦੇ, ਕਾਂਸੇ ਦੇ, ਚਾਂਦੀ ਦੇ ਜਾਂ ਸੋਨੇ ਦੇ, ਠੀਕ ਆ। ਇਹ ਇੰਪੋਰਟੈਂਟ ਆ, ਇਹ ਫੈਕਟ ਦੇਖੋ ਕਿ ਜਿਹੜੇ ਸਿੱਕੇ ਨੇ ਉਹ ਕਾਹਦੇ ਬਣਾਏ ਜਾਂਦੇ ਸੀਗੇ। ਅੰਡਰਲਾਈਨ ਕਰਦੇ ਆਪਾਂ ਇਹਨਾਂ ਨੂੰ। ਲੈਡ, ਕਾਪਰ, ਬ੍ਰੋਂਜ਼, ਸਿਲਵਰ ਐਂਡ ਗੋਲਡ ਦੇ ਸਿੱਕੇ ਜਿਹੜੇ ਸੀ ਬਣਾਏ ਜਾਂਦੇ ਸੀ। ਸਮਟਾਈਮਸ ਓਲਡ ਕੋਇਨਸ ਆਰ ਆਲਸੋ ਫਾਊਂਡ। ਕਹਿੰਦਾ ਕਿ ਕਈ ਵਾਰ ਜਿਹੜੇ ਹੈਗੇ ਆ ਬਹੁਤ ਪੁਰਾਣੇ ਸਿੱਕੇ ਵੀ ਲੱਭੇ ਆ, ਠੀਕ ਹੈ। ਹੁਣ ਉਹਨਾਂ ਦੀ ਕੀ ਖਾਸੀਅਤ ਆ? ਜਿਹੜੇ ਪੁਰਾਣੇ ਸਿੱਕੇ ਜਿਹੜੇ ਆ ਮਿਲੇ ਆ, ਦੇ ਹੈਵ portraits of kings on them and many other things like the pictures of animals, religious symbols, sometimes dates beside the names of the issuers। ਕਹਿੰਦੇ ਹੁਣ ਉਹਨਾਂ ਉੱਤੇ ਕੀ ਆ? ਰਾਜਿਆਂ ਦੇ ਚਿੱਤਰ ਵੀ ਆ ਹੈ ਨਾ, ਲਿਖਿਆ ਹੋਇਆ ਨਾ, ਦੇਖੋ ਦਿੱਤਾ ਹੋਇਆ ਕਿ ਕਿੰਗਸ ਔਨ ਦੈਮ ਹੈ ਨਾ, ਪੈਟਰੋਇਟਸ ਆਫ ਕਿੰਗਸ ਔਨ ਦੈਮ, ਕਿ ਉਹਨਾਂ ਉੱਪਰ ਰਾਜਿਆਂ ਦੇ ਚਿੱਤਰ ਨੇ, ਅਤੇ ਅਨੇਕ ਹੋਰ ਚੀਜ਼ਾਂ ਨੇ, ਜਿਵੇਂ ਆਪਾਂ ਕਹਿ ਦਈਏ ਜਾਨਵਰਾਂ ਦੇ ਚਿੱਤਰ ਨੇ ਹੈ ਨਾ, ਧਾਰਮਿਕ ਚਿੰਨ੍ਹ ਦਿੱਤੇ ਹੋਏ ਆ। ਅਤੇ ਨਾਲ ਹੀ ਨਾਲ ਕੀ ਆ, ਇਸ਼ੂਅਰ ਆ ਜਿਹੜਾ ਸਿੱਕਾ ਜਾਰੀ ਕਰਨ ਵਾਲਾ ਵਾ, ਉਹਦਾ ਨਾਂ ਵੀ ਦਿੱਤਾ ਹੋਇਆ। ਕਈ ਥਾਵਾਂ 'ਤੇ ਉਹਦੀਆਂ ਤਸਵੀਰਾਂ ਵੀ ਹੁੰਦੀਆਂ ਨੇ। ਕਦੀ ਕਦੀ ਕੀ ਆ ਕਿ ਉਹਨਾਂ ਉੱਪਰ ਡੇਟਸ ਵੀ, ਉਹਨਾਂ ਉੱਪਰ ਮਿਤੀਆਂ ਵੀ ਲਿਖੀਆਂ ਹੋਈਆਂ ਨੇ। ਆਲ ਦਿਸ ਇਨਫੋਰਮੇਸ਼ਨ ਹੈਲਪਸ ਅਸ ਟੂ ਲਰਨ ਅਬਾਊਟ ਦਾ ਕਿੰਗਸ। ਇਹੀ ਜਿਹੜੀਆਂ ਚੀਜ਼ਾਂ ਨੇ ਸਾਨੂੰ ਕੀ ਚੀਜ਼ ਸਿੱਖਣ ਦੀ ਜਾਣਕਾਰੀ ਦਿੰਦੀਆਂ ਨੇ ਕਿ ਉਹਨਾਂ ਰਾਜਿਆਂ ਬਾਰੇ ਹੋਰ ਸਿੱਖਣ ਦੀ ਜਾਣਕਾਰੀ ਦਿੰਦੀਆਂ ਨੇ। ਦੇਅਰ ਡਾਇਨੈਸਟੀਜ਼, ਉਹਨਾਂ ਦੇ ਵੰਸ਼ਜ ਬਾਰੇ ਜਾਣਕਾਰੀ ਦਿੰਦੀਆਂ ਨੇ। ਐਂਡ ਰਿਲੀਜੀਅਸ ਬਲੀਫਸ ਆਫ ਦਾ ਪਾਸਟ, ਅਤੇ ਪੁਰਾਣੇ ਸਮੇਂ ਵਿੱਚ ਜਿਹੜੇ ਧਾਰਮਿਕ ਵਿਸ਼ਵਾਸ ਸੀ ਉਹਨਾਂ ਦੀ ਜਾਣਕਾਰੀ ਦਿੰਦੀਆਂ ਨੇ। ਕੋਇਨਸ ਆਰ ਪ੍ਰੀਮਰਲੀ ਯੂਜ਼ਡ ਫॉर ਸੇਲ ਐਂਡ ਪਰਚੇਜ਼ ਆਫ ਥਿੰਗਸ। ਕੋਇਨਸ ਸੀ ਜਿਹੜੇ ਸਿੱਕੇ ਸੀ, ਇਹਨਾਂ ਦੀ ਵਰਤੋਂ ਆਮ ਤੌਰ 'ਤੇ
ਸੇਲ ਐਂਡ ਪਰਚੇਜ਼ ਮਤਲਬ ਖਰੀਦਣ ਅਤੇ ਵੇਚਣ ਲਈ ਕੀਤੀ ਜਾਂਦੀ ਸੀਗੀ। ਐਜ਼ ਸੱਚ ਦੇ ਟੈਲ ਅਸ ਅਬਾਊਟ ਦਾ ਇਕਨੋਮਿਕ ਲਾਈਫ ਆਫ ਦਾ ਪੀਪਲ ਹੂ ਯੂਜ਼ਡ ਦੈਮ। ਅਤੇ ਇਹ ਤੋਂ ਬਿਨਾਂ ਸਾਨੂੰ ਕੀ ਦੱਸਦੇ ਉਹਨਾਂ ਦੀ ਇਕਨੋਮਿਕ ਲਾਈਫ ਮਤਲਬ ਕਿ ਆਰਥਿਕ ਜੀਵਨ ਬਾਰੇ ਦੱਸਦੇ ਆ ਕਿ ਉਸ ਸਮੇਂ ਦੇ ਲੋਕਾਂ ਦਾ ਆਰਥਿਕ ਜੀਵਨ ਕਿਹੋ ਜਿਹਾ ਸੀਗਾ। ਦ ਸਟੱਡੀ ਆਫ ਕੁਆਇਨਸ ਇਜ਼ ਇੰਪੋਰਟੈਂਟ ਆ। ਦ ਸਟੱਡੀ ਆਫ ਕੁਆਇਨਸ ਇਜ਼ ਨੋਨ ਐਜ਼ ਨਿਊਮਿਸਮੈਟੋਲੋਜੀ। ਕੀ ਕਹਿੰਦੇ ਆ? ਨਿਊਮਿਸਮੈਟੋਲੋਜੀ, ਜਿਹਨੂੰ ਆਪਾਂ ਕਹਿ ਦਈਏ ਕਿ ਸਿੱਕਿਆਂ ਦਾ ਅਧਿਐਨ ਕਹਿੰਦੇ ਆ, ਸਿੱਕਿਆਂ ਦੀ ਸਟੱਡੀ ਨੂੰ। ਡੂ ਯੂ ਨੋ ਆਫ ਵਿਚ ਮੈਟਲਸ ਆਰ ਯੂਜ਼ਡ ਟੂ ਮੇਕ ਕੋਇਨਸ। ਕਹਿੰਦਾ ਕਿ ਤੁਸੀਂ ਜਾਣਦੇ ਹੋ ਸਿੱਕੇ ਬਣਾਉਣ ਲਈ ਕਿਹੜਾ ਮੈਟਲ ਜਿਹੜਾ ਹੈਗਾ ਯੂਜ਼ ਕੀਤਾ ਜਾਂਦਾ ਸੀ। ਆਪਾਂ ਉੱਪਰ ਵੀ ਪੜ੍ਹਿਆ ਕਿ ਕਿੰਨੇ ਮੈਟਲਸ ਦੀ ਗੱਲ ਕੀਤੀ ਗਈ ਹੈ ਨਾ, ਲੈਡ, ਕਾਪਰ, ਬਰੋਜਨ, ਸਿਲਵਰ ਐਂਡ ਗੋਲਡ ਦੀ। ਹੁਣ ਅੱਗੇ ਆਪਾਂ ਪੜ੍ਹਦੇ ਹਾਂ ਕਿ ਮਾਊਮੈਂਟਸ ਹੁੰਦੇ ਆ ਜਿਹੜੇ ਆਪਣੇ ਕੀ ਨੇ ਕਿ ਸਮਾਰਕ ਨੇ, ਜਿਹੜੀਆਂ ਬਿਲਡਿੰਗਸ ਨੇ ਉਹਨਾਂ ਬਾਰੇ ਪੜ੍ਹਦੇ ਹਾਂ। ਆ ਸਟੱਡੀ ਆਫ ਮਾਊਮੈਂਟਸ ਪ੍ਰੋਵਾਈਡ ਵੈਲੂਏਬਲ ਹਿਸਟਰੀਕਲ ਇਨਫੋਰਮੇਸ਼ਨ। ਕਿ ਸਮਾਰਕਾਂ ਦਾ ਅਧਿਐਨ ਕਰਨ ਨਾਲ ਸਾਨੂੰ ਕੀ ਆ, ਮਹੱਤਵਪੂਰਨ ਇਤਿਹਾਸਕ ਜਿਹੜੀ ਹੈਗੀ ਆ ਜਾਣਕਾਰੀ ਮਿਲਦੀ ਆ। ਇਨ ਡਿਫਰੈਂਟ ਪਾਰਟਸ ਆਫ ਆਵਰ ਕੰਟਰੀ, ਸਾਡੇ ਦੇਸ਼ ਦੇ ਕਹਿੰਦੇ ਅਲੱਗ-ਅਲੱਗ ਭਾਗਾਂ ਵਿੱਚ ਵੀ ਕੈਨ ਸੀ ਪਿਲਰਸ, ਫੋਰਟਸ ਐਂਡ ਪੈਲੇਸਸ। ਕਹਿੰਦੇ ਅਸੀਂ ਕੀ ਆ ਕਿ ਪਿਲਰ, ਸਤੰਭ ਦੇਖਦੇ ਹਾਂ, ਹੈ ਨਾ, ਕਿਲ੍ਹੇ ਦੇਖਦੇ ਹਾਂ ਅਤੇ ਮਹਿਲ ਦੇਖਦੇ ਹਾਂ। ਬੁਲੇਟ ਹੰਡਰਡਸ ਆਫ ਈਅਰਸ ਅਗੋ, ਜਿਹੜੇ ਕੀ ਆ ਕਿ ਲਗਭਗ 100 ਸਾਲ ਪਹਿਲਾਂ ਦੇ ਬਣਾਏ ਹੋਏ ਆ। ਦੇ ਆਰ ਕਾਲਡ ਮਾਊਮੈਂਟਸ, ਉਹਨਾਂ ਨੂੰ ਕੀ ਕਹਿੰਦੇ ਆ? ਮਾਊਮੈਂਟਸ ਕਹਿੰਦੇ ਆ, ਸਮਾਰਕ ਕਹਿੰਦੇ ਆ। ਫੋਰ ਐਗਜ਼ਾਮਪਲ ਆਪਾਂ ਨੂੰ ਦਿੱਤੇ ਹੋਏ ਆ ਕਿ ਕਿਹੜੇ ਫੇਮਸ ਮਾਊਮੈਂਟ ਆ। ਦਾ ਸਾਂਚੀ ਸਤੂਪਾ, ਦਾ ਅਸ਼ੋਕਾ ਪਿੱਲਰ। ਠੀਕ ਆ, ਇਹ ਦੋਨੇ ਕੀ ਨੇ? ਪੁਰਾਣੇ ਸਮੇਂ ਦੇ ਫੇਮਸ ਜਿਹੜੇ ਨੇ ਮਾਊਮੈਂਟਸ ਨੇ। ਇਹ ਤੋਂ ਬਿਨਾਂ ਕੀ ਆ ਗਿਆ ਕਿ ਆਪਣਾ ਐਂਡ ਰਿਮੇਨਸ ਆਫ ਨਾਲੰਦਾ ਯੂਨੀਵਰਸਿਟੀ ਦੇ ਜਿਹੜੇ ਖੰਡਰ ਨੇ ਉਹ ਵੀ ਕੀ ਆ ਕਿ ਇਹਨਾਂ ਮਾਊਮੈਂਟਸ ਦੇ ਵਿੱਚ ਕਾਊਂਟ ਹੁੰਦੇ ਆ। ਸਮ ਆਫ ਦਾ ਐਂਸੀਅੰਟ ਇੰਡੀਅਨ ਮਾਊਮੈਂਟਸ। ਨੈਕਸਟ ਆਪਣੇ ਕੋਲ ਹੈ ਇਨਸਕ੍ਰਿਪਸ਼ਨਸ ਨੇ ਜਿਹੜੇ ਉਹ ਹੁੰਦੇ ਆਪਣੇ ਸ਼ਿਲਾਲੇਖ। ਇਨਸਕ੍ਰਿਪਸ਼ਨਸ ਰਿਟਨ ਔਨ ਸਟੋਨ ਪਿਲਰਸ, ਰੌਕਸ, ਕਾਪਰ ਪਲੇਟਸ, ਕਲੇ ਟੈਬਲੇਟਸ ਐਂਡ ਬਾਲਸ ਆਫ ਟੈਂਪਲਸ ਫਰੋਮ ਆ ਵੈਰੀ ਇੰਪੋਰਟੈਂਟ ਸੋਰਸ ਆਫ ਹਿਸਟਰੀ। ਕਹਿੰਦੇ ਜਿਹੜੇ ਪੱਥਰ ਦੇ ਸਤੰਭ ਨੇ, ਹੈ ਨਾ, ਚਟਾਨਾਂ ਅਤੇ ਤਾਂਬੇ ਦੀਆਂ ਪਲੇਟਾਂ 'ਤੇ, ਜਾਂ ਫਿਰ ਕਹਿ ਦਈਏ ਆਪਾਂ ਜਿਵੇਂ ਦਿੱਤਾ ਹੋਇਆ ਨਾ ਇੱਥੇ ਕਿ ਸੈਂਡਸ ਦੇ ਉੱਪਰ, ਹੈ ਨਾ, ਸਟੋਨ ਪਿਲਰਸ, ਰੌਕ, ਕਾਪਰ ਪਲੇਟਸ, ਕਲੇ ਟੈਬਲੇਟਸ ਮਤਲਬ ਜਿਵੇਂ ਆਪਾਂ ਕਹਿ ਦਈਏ ਮਿੱਟੀ ਦੀਆਂ ਤਖਤੀਆਂ ਦੇ ਉੱਪਰ ਲਿਖੇ ਗਏ ਆ। ਬਾਲਸ ਆਫ ਟੈਂਪਲਸ ਮੰਦਰਾਂ ਦੀਆਂ ਕੰਧਾਂ ਦੇ ਉੱਤੇ ਲਿਖੇ ਗਏ ਆ, ਹੈ ਨਾ। ਇਹ ਇਤਿਹਾਸ ਦੇ ਕੀ ਆ? ਇੰਪੋਰਟੈਂਟ ਸੋਰਸ ਨੇ, ਮਹੱਤਵਪੂਰਨ ਸਰੋਤ ਨੇ। ਦ ਸਟੱਡੀ ਆਫ ਇਨਸਕ੍ਰਿਪਸ਼ਨਸ ਇਜ਼ ਕਾਲਡ ਐਪੀਗ੍ਰਾਫੀ। ਇਹ ਇੰਪੋਰਟੈਂਟ ਆ ਕਿ ਜਿਹੜਾ ਹੈਗਾ ਵਾ ਸ਼ਿਲਾਲੇਖਾਂ ਦਾ ਅਧਿਐਨ ਉਹਨੂੰ ਕੀ ਕਹਿੰਦੇ ਆ? ਐਪੀਗ੍ਰਾਫੀ ਕਹਿੰਦੇ ਆ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਪੁਰਾਲੇਖ ਵਿੱਦਿਆ ਕਹਿੰਦੇ ਆ। ਅੱਗੇ ਕੰਟੀਨਿਊ ਕਰਦੇ ਹਾਂ। ਦੇ ਰਿਕਾਰਡ ਇੰਪੋਰਟੈਂਟ ਇਵੈਂਟਸ ਆਫ ਦਾ ਟਾਈਮ ਵੈਨ ਦੇ ਵਾਰ ਰਿਟਨ। ਕਹਿੰਦਾ ਇਹਦੇ ਵਿੱਚ ਸਾਨੂੰ ਕੀ ਜਾਣਕਾਰੀ ਮਿਲਦੀ ਹੋਣੀ ਆ? ਇਹਦੇ ਵਿੱਚ ਹੁਣ ਸਾਨੂੰ ਉਸ ਸਮੇਂ ਦੀਆਂ ਮਹੱਤਵਪੂਰਨ ਘਟਨਾਵਾਂ ਦਾ ਵਰਣਨ ਕੀਤਾ ਗਿਆ ਵਾ ਜਿਹੜੇ ਸਮੇਂ ਵਿੱਚ ਉਹ ਲਿਖੀਆਂ ਗਈਆਂ ਨੇ। ਫੋਰ ਐਗਜ਼ਾਮਪਲ ਦਾ ਫੇਮਸ ਕਿੰਗ ਅਸ਼ੋਕਾ ਗੌਟ ਹਿਜ ਮੈਸੇਜ ਆਫ ਵੈਲਫੇਅਰ ਫॉर ਆਲ ਹਿਊਮਨ ਬੀਇੰਗਸ engraved on rocks and very big stone pillars and put them all over the country so that people could read them and follow his ideas। ਕਹਿੰਦੇ ਇਹਦੇ ਬਾਰੇ ਸਭ ਤੋਂ ਫੇਮਸ ਜਿਹੜਾ ਹੈਗਾ ਸਮਰਾਟ ਅਸ਼ੋਕ ਦੀ ਗੱਲ ਕੀਤੀ ਗਈ ਹੈ, ਜਿਹਨੇ ਮਨੁੱਖ ਦੀ ਵੈਲਫੇਅਰ ਦੇ ਲਈ ਆਪਣੇ ਜਿਹੜੇ ਕੀ ਸੀਗੇ ਨਾ ਭਲਾਈ ਦੇ ਕੰਮ ਸੀ, ਉਹਨਾਂ ਨੂੰ ਚਟਾਨਾਂ 'ਤੇ ਜਾਂ ਪੱਥਰਾਂ ਦੇ ਜਿਹੜੇ ਸੀਗੇ ਸ਼ਿਲਾਲੇਖ ਸੀਗੇ ਹੈ ਨਾ ਉਹਦੇ ਉੱਪਰ ਖੁਦਵਾ ਕੇ ਅਲੱਗ-ਅਲੱਗ ਥਾਵਾਂ 'ਤੇ ਲਿਖਵਾਤਾ ਸੀ ਤਾਂ ਕਿ ਲੋਕ ਉਹਨਾਂ ਨੂੰ ਕੀ ਆ ਪੜ੍ਹ ਸਕਣ ਅਤੇ ਉਹਨਾਂ ਦੀ ਪਾਲਣਾ ਕਰ ਸਕਣ ਉਹਦੇ ਆਈਡੀਆਜ਼ ਦੀ। ਸਮ ਕਿੰਗਸ ਲਾਈਕ ਸਮੁੰਦਰਗੁਪਤ, ਸਕੰਦਗੁਪਤਾ ਐਂਡ ਅਦਰਸ ਗੌਟ ਦੇਅਰ ਅਚੀਵਮੈਂਟਸ। ਇਹ ਤੋਂ ਬਿਨਾਂ ਜਿਹੜੇ ਹੈ ਨਾ ਫੇਮਸ ਗੁਪਤ ਕਾਲ ਦੇ ਜਿਹੜੇ ਰਾਜੇ ਨੇ ਜਿਵੇਂ ਸਮੁੰਦਰਗੁਪਤ ਹੋ ਗਿਆ, ਸਕੰਦਗੁਪਤ ਹੋ ਗਿਆ, ਉਹ ਵੀ ਨੇ ਜਿਹੜੇ ਉਹਨਾਂ ਨੇ ਵੀ ਆਪਣੇ ਜਿਹੜੇ ਸ਼ਿਲਾਲੇਖ ਨੇ ਉਹ ਲਿਖ ਕੇ ਜਿਹੜੇ ਨੇ ਲਗਵਾਏ ਨੇ ਉੱਥੇ। ਉਹਨਾਂ ਨੇ ਆਪਣੀਆਂ ਪ੍ਰਾਪਤੀਆਂ ਦੇ ਬਾਰੇ ਲਿਖਵਾ ਕੇ ਲਗਾਇਆ ਵਾ, ਪਿੱਲਰਸ ਦੇ ਉੱਤੇ ਇਹ ਲਗਵਾਏ ਗਏ ਆ। ਨੈਕਸਟ ਹੈ ਕਾਪਰ ਪਲੇਟਸ ਵਾਰ ਯੂਜ਼ਡ ਟੂ ਰਿਕਾਰਡ ਦਾ ਸੇਲ ਆਈਟਮਸ ਫॉर ਦਾ ਪਰਚੇਜ਼ ਔਰ ਡੋਨੇਸ਼ਨ ਆਫ ਲੈਂਡ ਇਨ ਐਂਸੀਐਂਟ ਟਾਈਮਸ। ਇਹ ਤੋਂ ਬਿਨਾਂ ਕੀ ਆ ਕਿ ਜਿਵੇਂ ਆਪਾਂ ਕਹਿੰਦੇ ਪਹਿਲਾਂ ਤਾਂ ਪੜ੍ਹਿਆ ਨਾ ਕਿ ਪੱਥਰਾਂ ਦੇ ਅਤੇ ਚਟਾਨਾਂ ਦੇ ਉਹਦੀ ਵਰਤੋਂ ਕੀਤੀ ਗਈ ਹੈ। ਇਹ ਤੋਂ ਬਿਨਾਂ ਪ੍ਰਾਚੀਨ ਕਾਲ ਵਿੱਚ ਤਾਮਰ ਪੱਥਰਾਂ ਦੀ ਵਰਤੋਂ ਵੀ ਕੀਤੀ ਗਈ ਆ। ਉੱਥੇ ਭੂਮੀ ਨੂੰ ਖਰੀਦਣ ਵੇਚਣ ਦੇ ਲਈ ਜਾਂ ਫਿਰ ਜਿਹੜਾ ਦਾਨ ਕਰਨਾ ਹੁੰਦਾ ਸੀ ਉਹਨਾਂ ਚੀਜ਼ਾਂ ਬਾਰੇ ਲਿਖ ਕੇ ਲਾਇਆ ਹੁੰਦਾ ਸੀਗਾ, ਉਹਨਾਂ ਚੀਜ਼ਾਂ ਦਾ ਰਿਕਾਰਡ ਰੱਖਿਆ ਗਿਆ ਹੁੰਦਾ ਸੀ। ਐਜ਼ ਸੱਚ ਦੇ ਫਰੋਮ
ऑफिशियल रिकॉर्ड एंड टेल अस हाउ लैंड वाज सोल्ड और परचेज्ड। ਕਹਿੰਦੇ ਇਨ ਚੀਜ਼ ਤੋਂ ਪਤਾ ਲੱਗਦਾ ਵੀ ਉਸ ਸਮੇਂ ਕੀ ਹੈ ਕਿ ਭੂਮੀ ਦੀ ਜਿਹੜੀ ਖਰੀਦ ਤੇ ਵੇਚ ਕਿਵੇਂ ਜਿਹੜੀ ਸੀਗੀ ਕਿਵੇਂ ਖਰੀਦੀ ਜਾਂਦੀ ਸੀ ਕਿਵੇਂ ਵੇਚੀ ਜਾਂਦੀ ਸੀ। ਇਹ ਇੱਕ ਤਰ੍ਹਾਂ ਦੇ ਸਰਕਾਰੀ ਦਸਤਾਵੇਜ਼ ਨੇ। ਠੀਕ ਹੈ, ਇੱਥੇ ਲਿਖਿਆ ਹੋਇਆ ਨਾ ਕਿ ਅਫੀਸ਼ੀਅਲ ਰਿਕਾਰਡ ਆ, ਦੇਖੋ ਲਿਖਿਆ ਹੋਇਆ ਕਿ ਭੂਮੀ ਨੂੰ ਖਰੀਦਣ ਜਾਂ ਵੇਚਣ ਦਾ ਇਹ ਕੀ ਆ ਅਫੀਸ਼ੀਅਲ ਰਿਕਾਰਡ ਹੁੰਦਾ ਸੀਗਾ। ਵਿਦ ਦਾ ਹੈਲਪ ਆਫ all these sources of information we can construct the correct picture of the past। ਇਹਨਾਂ ਸਰੋਤਾਂ ਦੀ ਸਹਾਇਤਾ ਨਾਲ ਹੀ ਅਸੀਂ ਕਹਿੰਦੇ ਕੀ ਆ ਕਿ ਸਾਡਾ ਜਿਹੜਾ ਪੁਰਾਣੇ ਸਮੇਂ ਦਾ ਇਤਿਹਾਸ ਆ ਉਹਦਾ ਸਹੀ ਜਿਹੜੀ ਪਿਕਚਰ ਆ ਉਹਦੀ ਸਹੀ ਜਿਹੜੀ ਫੋਟੋ ਆ ਉਹ ਆਪਣੇ ਸਾਹਮਣੇ ਕੀ ਆ ਪੇਸ਼ ਕਰ ਸਕਦੇ ਹਾਂ। ਠੀਕ ਹੈ ਜੀ, ਅੱਗੇ ਹੈ ਕੈਨ ਯੂ ਟੈਲ ਦਾ ਮੈਰਿਟਸ ਆਫ ਇਨਗ੍ਰੇਵਡ ਇਨਸਕ੍ਰਿਪਸ਼ਨਸ ਔਨ ਦਾ ਹਾਰਡ ਲੇਅਰ। ਕਹਿੰਦੇ ਕੀ ਤੁਸੀਂ ਸਖਤ ਸਤਹ ਉੱਤੇ ਲੇਖ ਉਕਰਨ ਦੇ ਲਾਭ ਦੱਸ ਸਕਦੇ ਹੋ ਕਿ ਅਜਿਹਾ ਕਰਨ ਨਾਲ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਸਨ। ਕਿ ਇਹਦੇ ਮਤਲਬ ਇਹਦਾ ਲਾਭ ਤਾਂ ਇਹ ਹੋ ਸਕਦਾ ਕਿ ਜਿਹੜਾ ਸਖਤ ਪਲੇਟ ਦੇ ਉੱਤੇ ਲਿਖਿਆ ਹੋਇਆ ਜਾਂ ਪੱਥਰਾਂ ਦੇ ਉੱਤੇ ਲਿਖਿਆ ਹੋਇਆ ਕਿ ਉਹ ਲੰਬੇ ਸਮੇਂ ਤੱਕ ਰਹਿੰਦਾ, ਉਹ ਮਿਟਦਾ ਨਹੀਂ ਹੈਗਾ। ਠੀਕ ਹੈ ਜੀ, ਆਈ ਹੋਪ ਕਿ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਵੇਗੀ। ਮੈਂ ਇਸ ਤਰ੍ਹਾਂ ਤੁਹਾਨੂੰ NCERT ਦੇ all ਲੈਸਨਸ ਕੰਪਲੀਟ ਕਰਵਾਵਾਂਗੀ। ਸਾਡੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਆਵਰ ਚੈਨਲ। ਥੈਂਕ ਯੂ।